प्रकाश हमारा हो पटना शहर दिखे पबले रिश्ता मान लो। सतगुरु जी कहते वो तो समा दसेगा भी की होएगा तेरे नाल, पर हुण तो झखा मारदा है जो करना कर। तीसरे दिन फिर उसने भट्ठ दे विचों रेता मंगाया, कहा भी इस नूं अग दे वांग बिल्कुल लाल तपा दिओ। रेता तपा के कहा भी हुण तुसीं रेते दे उपर खड़े होवोगे, रेते ते बैठोगे। जदों भाई पिराणा जी सिखां ने वेखिया, ਉਹ ਅੱਗੇ ਦੌੜੇ, ਮਹਾਰਾਜ ਆਪ ਜੀ ਦੇ ਸਰੀਰ ਨੂੰ ਕਸ਼ਟ ਹੋਵੇ, ਅਸੀਂ ਇਹ ਸਹਾਰ ਨਹੀਂ ਸਕਦੇ। ਇਤਨੇ ਨੂੰ ਜੋ ਚੰਦੂ ਦੇ ਬੰਦੇ ਸਨ ਉਹਨਾਂ ਨੇ ਸਿੱਖਾਂ ਨੂੰ ਡਾਂਗਾ है, इस वास्ते तुसी अगे ना आओ। कहने लगे महाराज साथों जरिया नहीं जाता। करीबन दो पहर का मतलब है भी 6 घंटे लगातार सतगुरु जी बहुत गर्म लाल रेत ते बैठे रहे ते लाल रेत दे कड़छे सड़दी बलदी दे सीस विच पाए गए। ये कोई थोड़ा बहुत समा नहीं भी 10-15 मिनट की गल नहीं, 6 घंटे लिखिया है भाई संतोख सिंह जी ने। 6 घंटे तक इस तरह सतगुरु जी दे शरीर नूं कष्ट दिता गया। सो सारा शरीर छालियां दे नाल पूरा भर गया है। वो शाम हुई है। अगली शाम नूं फिर जिन्ने भी देवते सन गुप्त सारियां दे विच खलबली मच गई है। सारे बड़े हैरान हो रहे हैं भी एडी वड्डी ताकत दे मालक होंदियां होइयां ये सतगुरु महाराज जी की खेड वरता रहे हैं भी उन्हां दी लीला ओही जानते हैं। अगली विचार सरवण करिए। दोहरा भई जामनी आन कर छायो तिमर महान। सो जदों रात हो गई, अंधेरा छा गया, खर पर परयो विशाल तब जे जग अजमत बान। जिन्ने भी संसार अंदर रूहानी शक्तियां दे मालक सन जां गुप्त सन, सारियां दे विच बड़ी खलबली मच गई। चौपई चल आयो तब गोरखनाथ। सो गोरखनाथ भी अपने चेलियां दे समेत आ गया। सिद्ध 84 लेकर साथ 84 सिद्धां नूं नाल लै करके मूर्छित कीन सिपाही सारे। सो ਉਹਨਾਂ ਦੇ ਆਉਣ ਸਾਰ ਹੀ ਸਾਰੇ ਸਿਪਾਹੀ ਬੇਹੋਸ਼ ਹੋ ਗਏ। ਦੇਖ ਆਦੇਸ਼ ਆਦੇਸ਼ ਉਚਾਰੇ। ਸੋ ਵੇਖ ਕੇ ਸਤਿਗੁਰੂ ਜੀ ਨੂੰ ਆਦੇਸ਼ ਕਹਿਆ। ਸਨਮੁਖ ਖੜ ਹੋਏ ਕਰ ਬੂਲਾ। ਸਤਿਗੁਰੂ ਜੀ ਦੇ ਸਾਹਮਣੇ ਖਲੋ ਕੇ ਬੋਲਿਆ। ਜਿਡ ਨਿਸਚਾ ਕਰ ਅਧਿਕ ਅਡੋਲਾ। ਸੋ ਕਹਿਣ ਲੱਗਿਆ ਮਹਾਰਾਜ ਇਹ ਆਪ ਜੀ ਦਾ ਕੀ ਕੌਤਕ ਹੈ भी ऐसा आप जी दा दृढ़ निश्चा अंदरों इतने आप जी अडोल हो। अजर जरण तुम सामने आन। तुहाडे वर्गा कोई अजर नूं जरण वाला नहीं होया। हेरत सगरे भय हैरान। असी सारे ही वेख के हैरान हो गए हाँ। एतक ताप सहे नह डूला। कितने आपने शरीर ते ताप सहे पर डोले
ਨਹੀਂ। ਨ ਸਹਿ ਜਗਤ ਜਿਨ ਇੱਕ ਬਚ ਬੋਲੇ, ਜਿਨ੍ਹਾਂ ਦੇ ਇੱਕ ਬਚਨ ਬੋਲਣ ਦੇ ਨਾਲ ਸਾਰਾ ਸੰਸਾਰ ਨਸ਼ਟ ਹੋ ਜਾਵੇ। ਤੁਮ ਨਿਜ ਨੇਮ ਨਿਬਾਹਨ ਕਰੋ, ਆਪ ਜੀ ਆਪਣਾ ਜੋ ਨਿਯਮ ਹੈ ਇਸ ਨੂੰ ਨਿਭਾਉਣਾ ਕਰੋ, ਦੁਸ਼ਟ ਬਿਨਾਸਨ ਇਛ ਨਾ ਧਰੋ। ਕਿਉਂਕਿ ਆਪ ਜੀ ਦੇ ਅੰਦਰ ਤਾਂ ਇੱਛਾ ਵੀ ਨਹੀਂ ਹੈ ਦੁਸ਼ਟ ਨੂੰ ਨਾਸ਼ ਕਰਨ ਦੀ। ਜੇ ਫੁਰਨਾ ਹੀ ਹੋ ਜਾਵੇ ਤੇ ਸਾਰਾ ਕੁਝ ਨਾਸ ਹੋ ਜਾਏਗਾ, ਦੁਸ਼ਟ ਵੀ ਤੇ ਇਹਦਾ ਸਾਰਾ ਕੁਝ। ਮੈਂ ਅਬ ਪਾਪੀ ਕੋ ਕਰ ਜੇਤੋ, ਗੋਰਖਨਾਥ ਕਹਿਣ ਲੱਗਿਆ ਮਹਾਰਾਜ ਇਹ ਪਾਪੀ ਦੁਸ਼ਟ ਦਾ ਜਿੰਨਾ ਘਰ ਹੈ, ਆਪਣੀ ਖੰਡ ਉਲਟ ਦਿਉ ਤੇ ਤੋ। ਉਹ ਧਰਤੀ ਦਾ ਸਾਰਾ ਟੁਕੜਾ ਹੀ ਮੈਂ ਉਲਟਾ ਦਿਆਂਗਾ। ਮਹਾ ਅਵਗਿਆ ਕੋ ਫਲ ਪਾਵੈ, ਬਹੁਤ ਵੱਡੀ ਇਹ ਜੋ ਅਵਗਿਆ ਕਰ ਰਿਹਾ ਹੈ ਇਹਦਾ ਫਲ ਇਸ ਨੂੰ ਮਿਲ ਜਾਵੇਗਾ। ਹੁਣ ਜਗ ਮੈਂ ਨ ਸੰਤ ਦੁਖਾਵੈ, ਉਸ ਤੋਂ ਬਾਅਦ ਫਿਰ ਜੇ ਇਹਨੂੰ ਸਜ਼ਾ ਮਿਲੇਗੀ ਤੇ ਹੋਰ ਕੋਈ ਕਿਸੇ ਮਹਾਪੁਰਸ਼ ਨੂੰ ਦੁਖੀ ਨਹੀਂ ਕਰ ਸਕੇਗਾ। ਨਹੀਂ ਤਾਂ ਦੁਸ਼ਟ ਹੰਕਾਰੀ ਹੋਏ, ਨਹੀਂ ਤਾਂ ਦੁਸ਼ਟ ਇਹਦੇ ਵਰਗੇ ਹੋਰ ਹੰਕਾਰੀ ਹੋਣਗੇ। ਦੇਹ ਕਸ਼ਟ ਸੰਤਨ ਸਭ ਕੋਏ, ਉਹ ਫਿਰ ਆਉਣ ਵਾਲੇ ਸਮੇਂ ਵਿੱਚ ਸੰਤਾਂ ਨੂੰ ਕਸ਼ਟ ਦੇਣਗੇ। ਮਹਾ ਅਵਗਿਆ ਸ੍ਰੀ ਸਤਿਗੁਰ ਕੋ ਸੁਨ ਕਰ ਬੈਨ, ਸੋ ਸਤਿਗੁਰੂ ਮਹਾਰਾਜ ਜੀ ਸੁਣ ਕਰਕੇ ਮਨ ਸੰਤਨ ਕੇ ਤਰਾਸ ਰਹਿ ਨਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਇਹ ਚਿੰਤਾ ਨਾ ਕਰੋ, ਜੋ ਸੰਤ ਹਨ ਉਹਨਾਂ ਦੇ ਮਨ ਅੰਦਰ ਕਿਸੇ ਦਾ ਡਰ ਭੈ ਨਹੀਂ ਹੁੰਦਾ। ਹਮਨੇ ਕਰਨੋ ਹੈ ਅਸ ਖੇਲੇ, ਇਹ ਖੇਲ ਹੀ ਅਸੀਂ ਇਸ ਤਰ੍ਹਾਂ ਦਾ ਆਪ ਕਰ ਰਹੇ ਹਾਂ। ਆਏ ਅਪਰ ਕੋ ਬਿਗਨ ਨ ਮੇਲੇ, ਹੋਰ ਕੋਈ ਆ ਕਰਕੇ ਇਸ ਤਰ੍ਹਾਂ ਦਾ ਵਿਗਨ ਨਾ ਕਰੇ। ਹੋਨ ਹਰ ਪਰ ਨਿਸ਼ਚਾ ਕਰਨੋ, ਸੋ ਜੋ ਅਸੀਂ ਕਰ ਰਹੇ ਹਾਂ ਤੁਸੀਂ ਇਸ ਤੇ ਭਰੋਸਾ ਰੱਖੋ। ਇਹ ਸੰਤਨ ਕੋ ਮਤ ਬਰਬਰਨੋ, ਇਹ ਸਾਡਾ ਮਤ ਹੈ ਸ੍ਰੇਸ਼ਟ, ਇਹ ਸਮਝ ਲਵੋ। ਇਹੀ ਬਾਤ ਅਬ ਦੇ ਕਰ ਜਾਵੋ, ਸੋ ਤੁਸੀਂ ਇਹੀ ਗੱਲ ਸਾਨੂੰ ਦੱਸ ਕੇ ਕਹਿ ਕੇ ਜਾਵੋ। ਤਨ ਹੰਤਾ ਧਰ ਨਹੀਂ ਡੁਲਾਵੋ, ਕਿਸੇ ਤਰ੍ਹਾਂ ਵੀ ਸਰੀਰ ਦੇ ਨਾਲ ਸਾਡਾ ਮੋਹ ਹੰਤਾ ਨਾ ਹੋਵੇ। ਕਿਤਨੀ ਨਿਮਰਤਾ ਹੈ। ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹੋਏ ਸੁਨ ਕਰ ਧਨ ਧਨ ਕਹਿ ਗਏ, ਸੁਣ ਕਰਕੇ ਧੰਨ ਧੰਨ ਕਹਿੰਦੇ ਹੋਏ ਚਲੇ ਗਏ। ਗੁਰ ਰੁਖ ਦੇਖਣਾ ਸਿੱਧ ਪ੍ਰਗਟਾਏ, ਸਤਿਗੁਰੂ ਜੀ ਦਾ ਰੁਖ ਵੇਖ ਕਰਕੇ ਸਿੱਧ ਫਿਰ ਪ੍ਰਗਟ ਨਹੀਂ ਹੋਏ। ਛਿਨ ਮਹਿ ਕੁਛ ਤੇ ਕੁਛ ਕਰ ਦੇਵੈ, ਹੁਣ ਜਿਨ੍ਹਾਂ ਵਿੱਚ ਰੂਹਾਨੀ ਸ਼ਕਤੀਆਂ ਹਨ ਇੱਕ ਛਿਨ ਦੇ ਵਿੱਚ ਕੁਝ ਦਾ ਕੁਝ ਉਹ ਕਰ ਸਕਦੇ ਹਨ। ਫੇਰਤ ਜਿਨ ਕੋ ਨਰਗਨ ਸੇਵੈ, ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਸੇਵਾ ਕਰਨ ਲੱਗ ਜਾਂਦੇ ਸੰਸਾਰ ਦੇ ਲੋਕ। ਅਵਸਰ ਪਾਏ ਪੀਰ ਪੁਨ ਆਏ, ਜਦੋਂ ਸਮਾਂ ਮਿਲਿਆ ਤੇ ਪੀਰ ਵੀ ਆ ਗਏ ਤੇ ਸਾਈਂ ਮੀਆਂ ਮੀਰ ਦੇ ਵੀ ਆਉਣ ਦਾ ਇੱਥੇ ਜ਼ਿਕਰ ਹੈ। ਰੋਹ ਵਿਚਾਰ ਕਰਾਮਤ ਕਾਮਲ ਸਮੁਦਾਏ, ਉਹ ਕਰਾਮਾਤਾਂ ਦੇ ਮਾਲਕ ਸਨ ਸਾਰੇ। ਨਮੋ ਕਰੀ ਹੋਏ ਖਰੇ ਅਗਾਰੀ, ਅੱਗੇ ਖਲੋ ਕਰਕੇ ਨਮਸਕਾਰ ਕੀਤੀ। ਤੁਮ ਦੋ ਕਸ਼ਟ ਤਨ ਭਾਰੀ, ਸੋ ਆਪ ਜੀ ਇਤਨਾ ਭਾਰੀ ਕਸ਼ਟ ਆਪਣੇ ਸਰੀਰ ਤੇ ਕਿਉਂ ਸਹਾਰ ਰਹੇ ਹੋ? ਫਤ ਹੈ ਦੁਸ਼ਟ ਕੋ ਬਿਲਮ ਨ ਲਾਵੈ, ਆਪ ਜੀ ਦਾ ਇਸ਼ਾਰਾ ਹੋ ਜਾਵੇ ਇਸ ਦੁਸ਼ਟ ਨੂੰ ਅਸੀਂ ਬਿਨਾਂ ਦੇਰ ਤੋਂ ਮਾਰ ਦਿਆਂਗੇ। ਆਗਿਆ ਤਨਕ ਆਪ ਕੀ ਪਾਵੈ, ਥੋੜੀ ਜਿਹੀ ਆਪ ਜੀ ਦੀ ਆਗਿਆ ਮਿਲਣੀ ਚਾਹੀਦੀ ਹੈ। ਸਭ ਕੋ ਸਾਦਰ ਬਾਕ ਉਚਾਰੇ, ਸਤਿਗੁਰੂ ਜੀ ਨੇ ਜਿੰਨੇ ਵੀ ਗੁਪਤ ਮਹਾਪੁਰਖ ਆਏ ਸਨ ਰੂਹਾਨੀ ਸ਼ਕਤੀਆਂ ਵਾਲੇ ਸਾਰਿਆਂ ਨੂੰ ਸਤਿਗੁਰੂ ਜੀ ਨੇ ਕਹਿਆ ਕਿਉਂ ਤੁਮ ਨਾ ਦ੍ਰਿਸ਼ਟ ਨਿਹਾਰੇ, ਕਿਹਾ ਵੀ ਤੁਸੀਂ ਬ੍ਰਹਮ ਗਿਆਨੀ ਮਹਾਪੁਰਖ ਹੋ, ਤੁਸੀਂ ਨਾਨਾਪਨਾ
ਵੱਖਰਾਪਣਾ ਕਿਉਂ ਵੇਖਦੇ ਹੋ? ਏਕ ਆਤਮਾ ਪੂਰਨ ਸਾਚੋ। ਇੱਕ ਆਤਮਾ ਹੀ ਸਾਰਿਆਂ ਦੇ ਵਿੱਚ ਪੂਰਨ ਹੈ, ਉਹੀ ਸੱਚਾ ਹੈ। ਜਗਤ ਆਕਾਰ ਜਾਨ ਸਭ ਕਾਚੋ। ਜਿਤਨਾ ਵੀ ਇਹ ਸੰਸਾਰ ਦਾ ਆਕਾਰ ਹੈ ਸਭ ਝੂਠਾ ਹੈ। ਹਮਰੇ ਤਨ ਤਿਆਗਨ ਮਹਿ ਐਸੇ। ਜਿਹੜੇ ਹੁਣ ਸਾਡੇ ਸਰੀਰ ਦੇ ਤਿਆਗਣ ਦੀ ਗੱਲ ਹੈ ਇਹਦੇ ਵਿੱਚ ਕਾਰਨ ਅਨੇਕ ਜਾਨੀਹ ਤੈਸੇ। ਅਨੇਕਾਂ ਹੀ ਕਾਰਨ ਹਨ, ਤੁਸੀਂ ਇਹਨਾਂ ਨੂੰ ਸਮਝ ਲਵੋ। ਸਮਾਸੋ ਪਹੁੰਚਿਓ ਲਖ ਚਿਤਰਾਚੇ। ਸੋ ਸਾਡਾ ਵੈਸੇ ਵੀ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ। ਅਸੀਂ ਆਪਣੀ ਇੱਛਾ ਅਨੁਸਾਰ ਹੀ ਇਹ ਸਾਰਾ ਕੁਝ ਵਰਤ ਰਹੇ ਹਾਂ। ਕਰਿਓ ਚਾਹੇ ਹਮ ਸਭ ਕੋ ਸਾਚੇ। ਸੋ ਅਸੀਂ ਜੋ ਕੁਝ ਕਰਨਾ ਚਾਹੁੰਦੇ ਹਾਂ ਉਹ ਸੱਚਾ ਕਰਾਂਗੇ। ਆਪ ਆਪਣੇ ਥਾਨ ਸਿਧਾਵੋ। ਤੁਸੀਂ ਆਪੋ ਆਪਣੇ ਸਥਾਨਾਂ ਤੇ ਚਲੇ ਜਾਵੋ। ਹਮਰੀ ਖੇਲ ਬੀਚ ਨਹਿ ਆਵੋ। ਇਹ ਤਾਂ ਸਾਡੀ ਆਪਣੀ ਹੀ ਖੇਡ ਹੈ, ਇਹਦੇ ਵਿੱਚ ਨਾ ਆਵੋ। ਸੁਨਤ ਧਨ ਕਹਿ ਕਰ ਸਭ ਗਏ। ਸੁਣ ਕੇ ਧੰਨ ਗੁਰੂ ਅਰਜਨ ਕਹਿੰਦੇ ਹੋਏ ਚਲੇ ਗਏ ਸਾਰੇ। ਹਵਾ ਧਨ ਚਾ ਕਰ ਸਭ ਭਏ। ਜਦੋਂ ਗੁਪਤ ਸ਼ਕਤੀਆਂ ਵਾਲੇ ਸਾਰੇ ਮਹਾਪੁਰਖ ਚਲੇ ਗਏ, ਤੁਰੰਤ ਹੀ ਜਿਹੜੇ ਪਹਿਰੇਦਾਰ ਸਨ ਸਾਵਧਾਨ ਹੋ ਗਏ। ਕਹਿ ਪਰਸਪਰ ਸੁਪਤੇ ਸਾਰੇ। ਆਪਸ ਵਿੱਚ ਕਹਿੰਦੇ ਵੀ ਪਤਾ ਨਹੀਂ ਕਿਉਂ ਹੋਇਆ, ਸਾਨੂੰ ਸਾਰਿਆਂ ਨੂੰ ਨੀਂਦ ਕਿਵੇਂ ਆ ਗਈ। ਚਲੇ ਜਾਤ ਲਖ ਚੰਦੂ ਮਾਰੇ। ਜੇ ਕਿਤੇ ਗੁਰੂ ਜੀ ਚਲੇ ਜਾਂਦੇ ਸਾਨੂੰ ਚੰਦੂ ਨੇ ਮਾਰ ਦੇਣਾ ਸੀ। ਗਹਿ ਅਸ ਢਾਲ ਪਏ ਸਬਦਾਨੂ। ਤੁਰੰਤ ਹੀ ਢਾਲ ਤਲਵਾਰ ਲੈ ਕੇ ਸਾਵਧਾਨ ਹੋ ਗਏ। ਇੱਕ ਆਸਨ ਗੁਰ ਥਿਰੇ ਸਥਾਨੂ। ਸਤਿਗੁਰੂ ਮਹਾਰਾਜ ਜੀ ਇੱਕ ਆਸਨ ਤੇ ਹੀ ਬੈਠੇ ਹੋਏ ਹਨ। ਸਕਲ ਜਾਮਨੀ ਗਈ ਬਿਹਾਏ। ਇਸੇ ਤਰ੍ਹਾਂ ਹੀ ਉਹ ਰਾਤ ਵੀ ਬਤੀਤ ਹੋ ਗਈ। ਦਿਵਸ ਚੜੇ ਉਠ ਪਾਪੀ ਆਏ। ਸੋ ਚੌਥਾ ਦਿਨ ਚੜ ਗਿਆ, ਪਾਪੀ ਚੰਦੂ ਆ ਗਿਆ। ਹਿਰਦੇ ਵਿਚਾਰ ਹੈ ਬੜ ਹਟਵੰਤਾ। ਸੋਚਦਾ ਹੈ ਵੀ ਇਹ ਤਾਂ ਬਹੁਤ ਜ਼ਿਆਦਾ ਹਠੀ ਹਨ। ਕਿਤੇ ਕਸ਼ ਤੇ ਨਹੀਂ ਬੁਲੰਤਾ। ਇੰਨੇ ਕਸ਼ਟ ਇਹਨਾਂ ਨੂੰ ਦਿੱਤੇ ਫਿਰ ਵੀ ਇਹ ਨਹੀਂ ਬੋਲੇ। ਭੈ ਕਰਨਾ ਤਾ ਨਾਹਿਨ ਮਨ ਹੈ। ਕਿਸੇ ਤਰ੍ਹਾਂ ਵੀ ਇਹ ਡਰਦੇ ਨਹੀਂ, ਨਾ ਮੇਰੀ ਲੜਕੀ ਦਾ ਰਿਸ਼ਤਾ ਮੰਨਦੇ ਹਨ। ਬਿਨਾ ਤਰਾਸ ਤੇ ਵਾਕ ਬਖਾਨ ਤੇ ਹੈ। ਬਿਨਾਂ ਡਰ ਤੋਂ ਬੋਲਦੇ ਹਨ ਅਜੇ ਵੀ। ਬਾਰ ਬਾਰ ਬਾਰੀ ਬਹੁ ਬਾਰੂ। ਸੋ ਬਾਰ ਜੋ ਰੇਤਾ ਸੀ ਉਸ ਨੂੰ ਤਪਾਇਆ। ਅਤ ਬਿਨਾ ਤਰਾਸ ਤੇ ਬਾਕ ਬਖਾਨ ਕਹਿਣ ਹੈ। ਲੱਗਿਆ ਪਹਿਲਾਂ ਪਾਣੀ ਦੇ ਵਿੱਚ ਉਬਾਲਿਆ, ਫਿਰ ਰੇਤੇ ਤੇ ਬਿਠਾਇਆ, ਉੱਤੇ ਰੇਤਾ ਪਾਇਆ, ਪਰ ਅਜੇ ਵੀ ਇਹ ਡੋਲੇ ਨਹੀਂ। ਅਤੀ ਕਰ ਦਿੱਤੀ ਹੈ ਮੈਂ ਇਹਨਾਂ ਨੂੰ ਤਪਾਉਣ ਦੀ। ਪ੍ਰਾਨ ਜਾਣ ਲਗ ਹਟ ਪਹੁੰਚਾਵੈ। ਕਹਿੰਦਾ ਲੱਗਦਾ ਹੈ ਵੀ ਜਿੰਨਾ ਚਿਰ ਇਹਨਾਂ ਦੇ ਪ੍ਰਾਣ ਹਨ ਇਸੇ ਤਰ੍ਹਾਂ ਹੀ ਹੱਠ ਵਿੱਚ ਪੱਕੇ ਰਹਿਣਗੇ। ਨਹਿ ਤਿਆਗੂ ਮੈਂ ਜੀਤ ਜੇ ਜਾਵੈ। ਕਹਿੰਦਾ ਮੈਂ ਵੀ ਫਿਰ ਜਿੱਦੀ ਹਾਂ, ਇਹਨਾਂ ਨੂੰ ਜਿਉਂਦਿਆਂ ਮੈਂ ਨਹੀਂ ਜਾਣ ਦਿਆਂਗਾ। ਆਜ ਤਪਤ ਕਰ ਲੋਹ ਵਿਸਾਲਾ। ਕਹਿੰਦਾ ਅੱਜ ਹੁਣ ਮੈਂ ਲੋਹ ਤਪਾਵਾਂਗਾ। ਹਰੇ ਕਰੋ ਬੋਲਹਿ ਤਿਸ ਕਾਲਾ। ਸੋ ਹੁਣ ਮੈਂ ਦੇਖਾਂਗਾ ਭਲਾ ਇਹ ਕਿਸ ਤਰ੍ਹਾਂ ਨਹੀਂ ਬੋਲਦੇ। ਇਮ ਪਾਪੀ ਨਿਰਦੇ ਵਿਚਾਰਾ। ਕਹਿੰਦਾ ਲੋਹ ਤੇ ਪਹਿਲਾਂ ਖੜਿਆ ਕਰਾਂਗਾ, ਫਿਰ ਬਿਠਾਵਾਂਗਾ, ਤੇ ਫਿਰ ਤਪਦਾ ਹੋਇਆ ਰੇਤਾ ਮੈਂ ਸਿਰ ਵਿੱਚ ਪਾਵਾਂਗਾ, ਵੇਖਾਂਗਾ ਫਿਰ ਵੀ ਕਿਵੇਂ ਨਹੀਂ ਬੋਲਦੇ। ਨਾ ਤਾ ਦਿਉ ਕੇ ਕਰੋ ਸੰਘਾਰਾ। ਜਾਂ ਫਿਰ ਰਿਸ਼ਤਾ ਮੰਨ ਲੈਣਗੇ ਜਾਂ ਫਿਰ ਇਹਨਾਂ ਨੂੰ ਮੈਂ ਖਤਮ ਕਰ ਦਿਆਂਗਾ। ਕਹਿ ਕਰ ਦੀਰਗ ਲੋਹ ਮੰਗਾਈ। ਕਹਿ ਕੇ ਇਸ ਨੇ ਬਹੁਤ ਵੱਡੀ ਲੋਹ ਮੰਗਾਈ। ਧਰ ਉਪਰ ਤਰ ਅਗਨ ਜਲਾਈ। ਸੋ ਵੱਡੇ ਚੁੱਲ੍ਹ ਤੇ ਰੱਖ ਕਰਕੇ ਹੇਠਾਂ ਅੱਗ ਬਾਲੀ। ਸਮ ਤਾਂਬੇ ਕੋ
ਕੋ ਤਪਤ ਕਰਾਈ। ਸੋ ਲੋ ਜਿਹੜੀ ਸੀ ਤਾਂਬੇ ਦੇ ਵਾਂਗ ਤਪ ਕੇ ਲਾਲ ਹੋ ਗਈ ਜਦੋਂ। ਦੇਖ ਪਾਟ ਕੀ ਲਿਏ ਬੁਲਾਈ। ਸੋ ਵੇਖ ਕੇ ਪਾਪੀ ਨੇ ਸਤਿਗੁਰੂ ਜੀ ਨੂੰ ਸੱਦਿਆ। ਇਸ ਪਰ ਖਰੇ ਹੋ ਤਪਸਹੁ। ਕਹਿ ਲੱਗਿਆ ਵੀ ਇਸ ਲੋਹ ਤੇ ਖੜੇ ਹੋ ਕੇ ਤੁਸੀਂ ਤਪਸ ਸਹਾਰੋ ਹੁਣ। ਨਾਹੀਂ ਤਨਾ ਤਾ ਲੈ ਬੋ ਚਾਹੋ। ਨਹੀਂ ਤਾਂ ਫਿਰ ਮੇਰੀ ਲੜਕੀ ਦਾ ਰਿਸ਼ਤਾ ਲੈ ਲਵੋ। ਗੁਰੂ ਨਾ ਉਤਰ ਦੀਨਸ ਕੋਈ। ਸਤਿਗੁਰੂ ਮਹਾਰਾਜ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਲੋਹ ਅਰੂਡਨ ਉਰਮਹਿ ਹੋਈ। ਸਤਿਗੁਰੂ ਜੀ ਨੇ ਬਸ ਇਹੀ ਧਾਰ ਲਿਆ ਵੀ ਹੁਣ ਲੋਹ ਦੇ ਉੱਪਰ ਅਸੀਂ ਬੈਠਣਾ ਹੈ। ਆਦ ਚੰਡਾਲ ਜੇ ਕਿਨਹੁ ਨਿਹਾਰੇ। ਉਸ ਸਮੇਂ ਜਿਹੜੇ ਚੰਡਾਲ ਲੋਕ ਸਨ ਉਹਨਾਂ ਨੇ ਵੀ ਜਲਾਦਾਂ ਨੇ ਵੀ ਜਦੋਂ ਵੇਖਿਆ ਸਭਿਨ ਹਾਹਾਕਾਰ ਉਚਾਰੇ। ਉਹ ਵੀ ਵੇਖ ਕੇ ਹਾਹਾਕਾਰ ਕਰਨ ਲੱਗ ਗਏ। ਇਹ ਚੰਡਾਲਨ ਤੇ ਅਤ ਪਾਪੀ। ਕਹਿੰਦਾ ਵੀ ਇਹ ਤਾਂ ਸਾਡੇ ਚੰਡਾਲਾਂ ਨਾਲੋਂ ਵੀ ਪਾਪੀ ਹੈ। ਚੰਡਾਲ ਕਹਿੰਦੇ ਵੀ ਐਡਾ ਵੱਡਾ ਇਹ ਕਰੂਰ ਐਸੇ ਕਰੜੇ ਦਿਲ ਵਾਲਾ ਨਿਰਦਈ ਇਹ ਤਾਂ ਸਾਡੇ ਨਾਲੋਂ ਵੀ ਅਤੀ ਪਾਪੀ ਹੈ। ਹਿਰਦੇ ਨ ਕਰੁਣਾ ਕੈਸਹੁ ਵਿਆਪੀ। ਜਰਾ ਵੀ ਇਹਦੇ ਅੰਦਰ ਦਇਆ ਆਈ ਹੀ ਨਹੀਂ। ਛੜੇ ਲੋਹ ਪਰ ਭੇ ਤਿਰ ਠਾਂਡੇ। ਸਤਿਗੁਰੂ ਮਹਾਰਾਜ ਜੀ ਲੋਹ ਦੇ ਉੱਪਰ ਪਹਿਲਾਂ ਚੜ ਕੇ ਖੜੇ ਹੋ ਗਏ। ਦੇਖ ਦੇਖ ਸਿੱਖਣ ਦੁਖ ਬਾਡੇ। ਸੋ ਵੇਖ ਵੇਖ ਕੇ ਸਿੱਖ ਬੜੇ ਦੁਖੀ ਹੋ ਰਹੇ ਹਨ। ਚਾਹੇ ਜਾਨ ਟਿਕ ਜਾਨ ਨ ਦੇਤੇ। ਹੁਣ ਸਿੱਖ ਕੋਲ ਜਾਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਰੱਸਿਆਂ ਦੇ ਨਾਲ ਬੰਨਿਆ ਹੋਇਆ ਹੈ। ਭਾਈ ਜੇਠਾ ਜੀ, ਭਾਈ ਵਿਦਿਆ ਜੀ, ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹ ਪੰਜੇ ਸਿੱਖ ਬ੍ਰਹਮ ਗਿਆਨੀ ਤੇ ਰੂਹਾਨੀ ਸ਼ਕਤੀਆਂ ਦੇ ਮਾਲਕ ਹਨ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਵੀ ਕੀਤੀ ਸੀ। ਭਾਈ ਪੁਰਾਣਾ ਜੀ ਨੇ ਮਹਾਰਾਜ ਤੁਸੀਂ ਇੱਕ ਅੱਖ ਦਾ ਇਸ਼ਾਰਾ ਕਰ ਦਿਓ ਇਹ ਚੰਦੂ ਦਾ ਘਰ ਉਲਟਾ ਕੇ ਅਸੀਂ ਗਰਕ ਕਰ ਦਿੰਦੇ ਹਾਂ। ਤੇ ਜਹਾਂਗੀਰ ਜਿਸ ਦੇ ਹੁਕਮ ਦੇ ਨਾਲ ਇਹ ਆਪ ਜੀ ਨੂੰ ਐਸੀਆਂ ਯਾਸਾ ਕਾਨੂੰਨ ਦੇ ਅਧੀਨ ਸਜ਼ਾਵਾਂ ਦੇ ਰਿਹਾ ਤੁਰਕ ਨਾਮ ਹੀ ਦੁਨੀਆ ਤੋਂ ਖਤਮ ਕਰ ਦਿੰਦੇ ਹਾਂ। ਜੇ ਹੁਕਮ ਹੋ ਜਾਏ ਤੇ ਦਿੱਲੀ ਤੇ ਲਾਹੌਰ ਦੋਹਾਂ ਨੂੰ ਚੁੱਕ ਕੇ ਦੋਹਾਂ ਹੱਥਾਂ ਤੇ ਤਾੜੀ ਮਾਰ ਕੇ ਇਹਨਾਂ ਨੂੰ ਨਸ਼ਟ ਕਰ ਦਿੰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਈ ਇੰਨੀ ਤਾਕਤ ਤੁਹਾਡੇ ਵਿੱਚ ਕਿੱਥੋਂ ਆ ਗਈ? ਕਹਿੰਦੇ ਮਹਾਰਾਜ ਆਪ ਜੀ ਦੀ ਸੇਵਾ ਕਰਕੇ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜਿਨ੍ਹਾਂ ਦੀ ਸੇਵਾ ਕਰਕੇ ਇੰਨੀ ਤਾਕਤ ਤੁਹਾਡੇ ਵਿੱਚ ਆਏ ਕਿ ਉੱਥੇ ਤਾਕਤ ਨਹੀਂ? ਤੁਸੀਂ ਤੇ ਇੱਕ ਬੂੰਦ ਪ੍ਰਾਪਤ ਕਰਕੇ ਉਹ ਹੀ ਨਹੀਂ ਜਰ ਸਕਦੇ। ਇੱਥੇ ਤਾਂ ਸਮੁੰਦਰ ਦਾ ਅੰਤ ਹੀ ਨਹੀਂ ਹੈ ਕੋਈ। ਇਉਂ ਸਤਿਗੁਰੂ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ। ਹੁਣ ਜੇ ਤੁਸੀਂ ਇਹ ਗੱਲ ਕਹੀ ਤੇ ਆਪਣੀ ਸ਼ਕਤੀ ਖੁਹਾ ਕੇ ਬਹਿ ਜਾਓਗੇ। ਚੁੱਪ ਕਰਕੇ ਬੈਠੇ ਰਹੋ, ਸਾਡੇ ਕੌਤਕ ਵਿੱਚ ਨਾ ਆਵੋ। ਕਿਉਂ ਸਿੱਖ ਅਜੇ ਵੀ ਕੋਲ ਆਉਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ। ਰਸਰਨ ਬਾਂਦੇ ਡਿਡ ਕਰ ਲੇਤੇ। ਸੋ ਬਹੁਤ ਮਜ਼ਬੂਤੀ ਦੇ ਨਾਲ ਰੱਸਿਆਂ ਦੇ ਨਾਲ ਜਿਨ੍ਹਾਂ ਨੂੰ ਬੰਨਿਆ ਹੋਇਆ ਹੈ। ਅਗਨ ਵਿਪਰਜੈ ਸੀਲ ਕਰਿਓ ਹੈ। ਸੋ ਹੁਣ ਕਹਿੰਦੇ ਵੀ ਸਤਿਗੁਰੂ ਮਹਾਰਾਜ ਜਦੋਂ ਲੋਹ ਦੇ ਉੱਪਰ ਬੈਠ ਗਏ ਵੀ ਇਤਨੀ ਤੇਜ਼ ਹੇਠਾਂ ਅੱਗ ਬਲ ਰਹੀ ਹੈ। ਤਾਂਬੇ ਵਾਂਗ ਤਪੀ ਹੋਈ ਲੋਹ ਲਾਲ ਹੈ ਪਰ ਸਤਿਗੁਰੂ ਮਹਾਰਾਜ ਜੀ ਅਡੋਲ ਬੈਠੇ ਹੋਏ ਹਨ। ਡਰਤ ਗੁਰੂ ਤੇ ਤੇਜ ਹਰਿਓ ਹੈ। ਸੋ ਕਵੀ ਜੀ ਆਪਣੀ ਵਿਚਾਰ ਦਿੰਦੇ ਹਨ ਵੀ ਸਾਨੂੰ ਤਾਂ ਇਉਂ ਲੱਗਦਾ ਹੈ ਵੀ ਭੈ ਵਿੱਚ ਅਗਨ ਜਿਹੜੀ ਅਗਨੀ ਦੇਵਤਾ ਹੈ ਉਹ ਵੀ ਭੈ ਦੇ ਵਿੱਚ ਹੈ। ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਵੀ ਭੈ ਦੇ ਵਿੱਚ ਹੈ। ਸਤਿਗੁਰੂ ਮਹਾਰਾਜ ਦਾ ਸਰੀਰ ਜਦੋਂ ਖੜੇ ਹੋਏ ਸਨ ਤੇ ਤਲੂਏ ਸੜ ਰਹੇ ਸਨ। ਦਿਖਾਈ ਦੇ ਰਿਹਾ ਸੀ ਵੀ ਮਾਸ ਸੜ ਰਿਹਾ ਹੈ। ਜਦੋਂ ਬੈਠ ਗਏ ਹਨ ਫਿਰ ਵੀ ਮਾਸ ਸੜਦਾ ਦਿਖਾਈ ਦੇ ਰਿਹਾ ਹੈ। ਜਦੋਂ ਤੱਤੀ ਰੇਤ ਦੇ ਕੜਛੇ ਸਿਰ 'ਚ ਪਾਏ ਜਾ ਰਹੇ ਹਨ ਸਾਰਾ ਸਰੀਰ ਛਾਲਿਆਂ ਦੇ ਨਾਲ ਭਰਿਆ ਹੋਇਆ ਹੈ। ਸਿੱਖਾਂ ਤੋਂ ਬਰਦਾਸ਼ਤ ਨਹੀਂ ਹੁੰਦਾ।
ਉਹ ਸਤਿਗੁਰੂ ਜੀ ਦੇ ਕੋਲ ਆਉਣਾ ਚਾਹੁੰਦੇ ਹਨ, ਪਰ ਰੱਸਿਆਂ ਦੇ ਨਾਲ ਬੰਨੇ ਹੋਏ ਨੇੜੇ ਨਹੀਂ ਆ ਸਕਦੇ। ਕਵੀ ਜੀ ਕਹਿੰਦੇ ਸਾਨੂੰ ਤਾਂ ਇਉਂ ਲੱਗਦਾ ਹੈ ਵੀ ਅੱਗ ਵੀ ਸਤਿਗੁਰੂ ਜੀ ਦੇ ਭੈ ਦੇ ਅੰਦਰ ਹੈ। ਸਰੀਰ ਦੇ ਦੁੱਖ ਤਾਂ ਦਿਖਾਈ ਦੇ ਰਹੇ ਹਨ, ਪਰ ਸਤਿਗੁਰੂ ਜੀ ਅਡੋਲ ਹਨ। ਤਉ ਗੁਰੂ ਭਗਤ ਤਰਵਾ ਜਾਰੇ, ਸਤਿਗੁਰੂ ਜੀ ਦੇ ਚਰਨਾਂ ਦੇ ਤਲਵੇ ਸੜ ਰਹੇ ਹਨ। ਪਾਪੀ ਬੈਠਿਓ ਸਮੁਖ ਨਿਹਾਰੇ, ਪਾਪੀ ਸਾਹਮਣੇ ਬੈਠ ਕੇ ਚੰਦੂ ਵੇਖ ਰਿਹਾ ਹੈ, ਦੁਸ਼ਟ ਆਤਮਾ। ਪੁਨ ਕਹਿ ਕਰ ਤਰ ਅਗਨ ਜਰਾਈ, ਫਿਰ ਕਹਿ ਕੇ ਇਸ ਨੇ ਹੇਠਾਂ ਅੱਗ ਬਾਲੀ ਹੋਰ ਤੇਜ। ਪੂਰਬ ਕੇ ਸਮਸਰ ਤਪਤਾਈ, ਸੋ ਪਹਿਲਾਂ ਵਾਂਗ ਹੋਰ ਲਾਲ ਕਰ ਦਿੱਤੀ ਲੋ। ਚਿਤ ਬਾਛਤ ਹੋਏ ਦੁਖ ਤੇ ਦੀਨ, ਸੋਚਦਾ ਹੈ ਵੀ ਇਹ ਦੁੱਖ ਦੇ ਨਾਲ ਦੁਖੀ ਹੋਣਗੇ। ਮਾਨ ਹੈ ਨਾਤਾ ਡਰ ਚਿਤ ਚੀਨ, ਸੋ ਡਰ ਮੰਨ ਕੇ ਮੇਰੀ ਲੜਕੀ ਦਾ ਰਿਸ਼ਤਾ ਮੰਨ ਲੈਣਗੇ। ਇਸ ਦਿਨ ਸਤਿਗੁਰ ਕੁਛ ਕਛੂ ਨਾ ਬੋਲੇ, ਉਸ ਦਿਨ ਤਾਂ ਸਤਿਗੁਰੂ ਮਹਾਰਾਜ ਕੁਝ ਨਹੀਂ ਬੋਲੇ। ਤਪਤ ਲੋਹ ਪਰ ਥਿਰੇ ਅਡੋਲੇ, ਸੋ ਤਪਦੀ ਹੋਈ ਲੋਹ ਤੇ ਅਡੋਲ ਸਤਿਗੁਰੂ ਜੀ ਬੈਠੇ ਰਹੇ। ਜਰਤ ਚਰਮ ਆਪਨੋ ਦਿਖਰਾਵੈ, ਹੁਣ ਸਤਿਗੁਰੂ ਜੀ ਦਾ ਚਮੜਾ ਸਰੀਰ ਦਾ ਸੜਦਾ ਹੋਇਆ ਦਿਖਾਈ ਦੇ ਰਿਹਾ ਹੈ। ਅਗਨ ਤਾਪ ਤੇ ਪੀਰ ਨ ਪਾਵੈ, ਲੱਗਦਾ ਇਉਂ ਹੈ ਵੀ ਜਿਵੇਂ ਸਤਿਗੁਰੂ ਜੀ ਨੂੰ ਪੀੜਾ ਨਾ ਹੁੰਦੀ ਹੋਵੇ, ਅਡੋਲ ਬੈਠੇ ਹਨ। ਅਜਮਤ ਨਹ ਜਾਣਹਿ ਕਿਮ ਏਹੀ, ਸਤਿਗੁਰੂ ਜੀ ਇਹ ਵੀ ਚਾਹੁੰਦੇ ਹਨ ਵੀ ਕਿਸੇ ਤਰ੍ਹਾਂ ਇਹਨੂੰ ਇਹ ਨਾ ਹੋ ਜਾਵੇ ਵੀ ਇਹ ਰੂਹਾਨੀ ਸ਼ਕਤੀਆਂ ਦੇ ਮਾਲਕ ਹਨ। ਪਰੇ ਫਲੂਹੇ ਸਗਰੀ ਦੇਹੀ, ਸਾਰੇ ਸਰੀਰ ਦੇ ਉੱਪਰ ਛਾਲੇ ਪੈ ਗਏ। ਫੇਰ ਨਹੀਂ ਪਰਤੀਤ ਉਪਾਵੈ, ਇਸ ਤਰ੍ਹਾਂ ਫਿਰ ਪਰ ਇਹਨੂੰ ਭਰੋਸਾ ਨਹੀਂ ਆ ਰਿਹਾ ਵੀ ਕਿਸ ਤਰ੍ਹਾਂ ਇੰਨੇ ਕਸ਼ਟ ਸਹਾਰ ਕੇ ਵੀ ਕੋਈ ਜਿੰਦਾ ਰਹਿ ਸਕਦਾ ਹੈ। ਅਜੇ ਵੀ ਇਸ ਨੂੰ ਭਰੋਸਾ ਨਹੀਂ ਆ ਰਿਹਾ। ਜਾਂ ਤੇ ਆਪਣੋ ਦੁੱਖ ਦਿਖਰਾਵੈ, ਸਤਿਗੁਰੂ ਜੀ ਵੀ ਨਹੀਂ ਚਾਹੁੰਦੇ ਵੀ ਇਹਨੂੰ ਭਰੋਸਾ ਆਵੇ, ਇਸ ਕਰਕੇ ਆਪਣੇ ਸਰੀਰ ਦਾ ਕਸ਼ਟ ਦਿਖਾ ਰਹੇ ਹਨ। ਰਹੇ ਜਾਮ ਲਗ ਠਾਂਡੇ ਉਪਰ, ਹੁਣ ਇੱਕ ਪਹਿਰ 3 ਘੰਟੇ ਤੱਕ ਤੱਤੀ ਲੋ ਤੇ ਉੱਪਰ ਤੱਤਾ ਰੇਤਾ ਸੀਸ ਦੇ ਵਿੱਚ 3 ਪਹਿਰਾਂ ਤੱਕ ਸਤਿਗੁਰੂ ਮਹਾਰਾਜ ਨੂੰ ਇਹ ਸਜ਼ਾ ਦਿੱਤੀ ਗਈ। ਪੁਨ ਉਤਰ ਆਏ ਥਿਰ ਗੁਰ ਭੂਪਰ, ਸੋ 3 ਘੰਟੇ ਇੱਕ ਪਹਿਰ ਤੋਂ ਬਾਅਦ ਸਤਿਗੁਰੂ ਜੀ ਨੂੰ ਹੇਠਾਂ ਉਤਾਰਿਆ ਗਿਆ। ਬਚਿਉਰੀ ਦੇਵੋ ਚਿਤ ਹੈ ਉਪਾਇਆ, ਹੁਣ ਬੜਾ ਦੁਖੀ ਹੈ, ਸੋਚਦਾ ਵੀ ਹੁਣ ਮੈਂ ਕੀ ਆਪਾ ਕਰਾਂ। ਬੋਲਿਓ ਨਹੀਂ ਤਰਾਸ ਨ ਪਾਇਆ, ਸੋ ਕਹਿੰਦਾ ਇਹ ਡਰੇ ਵੀ ਨਹੀਂ, ਨਾ ਇਹਨਾਂ ਨੇ ਕੋਈ ਬਚਨ ਹੀ ਬੋਲਿਆ। ਕੌਣ ਯਤਨ ਕਰ ਇਸੇ ਮਨਾਵੋ, ਹੁਣ ਕਿਹੜਾ ਯਤਨ ਕਰਕੇ ਮੈਂ ਇਹਨਾਂ ਨੂੰ ਮਨਾਵਾਂ। ਕੋ ਸੰਕਟ ਐਸੋ ਦਿਖਰਾਵੋ, ਕੋਈ ਇਹੋ ਜਿਹਾ ਸੰਕਟ ਇਹਨਾਂ ਨੂੰ ਹੁਣ ਮੈਂ ਵਿਖਾਵਾਂ ਜਿਸ ਤੇ ਅਧਿਕ ਤਰਾਸ ਕੋ ਪਾਏ, ਜਿਸ ਕਰਕੇ ਅੰਦਰੋਂ ਇਹ ਡਰ ਜਾਣ। ਬੋਲੇ ਤਤ ਛਿਨ ਮੋਨ ਹਟਾਏ, ਤੇ ਤੁਰੰਤ ਹੀ ਇਹਨਾਂ ਦੀ ਜਿਹੜੀ ਚੁੱਪ ਹੈ ਇਹ ਮਿਟ ਜਾਵੇ ਤੇ ਬੋਲ ਪੈਣ। ਇਹ ਬੜ ਧਰਮੀ ਧਰਮ ਸੰਭਾਰੈ, ਕਹਿੰਦਾ ਵੀ ਇਹ ਧਰਮੀ ਹਨ ਤੇ ਆਪਦੇ ਧਰਮ ਨੂੰ ਇਹਨਾਂ ਨੇ ਜ਼ਰੂਰ ਸੰਭਾਲਣਾ ਹੈ। ਪ੍ਰਾਨ ਜਾਤ ਲੋ ਨਹੀਂ ਨਿਵਾਰੈ, ਸੋ ਪ੍ਰਾਣਾਂ ਦੇ ਅੰਤ ਤੱਕ ਇਹ ਆਪਣਾ ਧਰਮ ਨਹੀਂ ਹਾਰਨਗੇ। ਜਾਂ ਤੇ ਧਰਮ ਹਰਨ ਕੋ ਤਰਾਸਾ, ਇਸ ਕਰਕੇ ਇਹਨਾਂ ਨੂੰ ਇਹੋ ਜਿਹਾ ਡਰ ਮੈਂ ਦਿਆਂ ਵੀ ਇਹਨਾਂ ਦਾ ਧਰਮ ਖਤਮ ਹੋ ਜਾਵੇ। ਦਿਖਰਾਵੋ ਪੁਨ ਪੁਰਵੋ ਆਸਾ, ਇਹੋ ਜਿਹਾ ਭੈ ਦਿਖਾ ਕੇ ਫਿਰ ਮੈਂ ਆਪਦੀ ਆਸਾ ਪੂਰੀ ਕਰਾਂ। ਇਮ ਨਿਸਚੇ ਕਰ ਮੂਰਖ ਮਾਨੀ, ਇਸ ਤਰ੍ਹਾਂ ਨਿਸ਼ਚੇ ਕਰਕੇ ਜੋ ਮੂਰਖ ਮਾਨੀ ਚੰਦੂ ਦੁਸ਼ਟ ਹੈ, ਕਹੀ ਸਿਪਾਹਨ ਕੇ ਸੰਗ ਬਾਨੀ, ਆਪਦੇ ਸਿਪਾਹੀਆਂ ਨੂੰ ਇਉਂ ਕਹਿਣ ਲੱਗਿਆ। ਇੱਕ ਚਲ ਜਾਹੋ ਚੰਡਾਲਨ ਪਾਸ, ਕਹਿੰਦਾ ਵੀ ਇਉਂ ਕਰੋ ਵੀ ਇੱਕ ਤੁਹਾਡੇ ਵਿੱਚੋਂ ਚੰਡਾਲਾਂ ਦੇ ਕੋਲ ਚਲਾ ਜਾਵੇ। ਆਜ ਭਈ ਕੋ ਗਊ ਵਿਨਾਸ਼, ਸੋ ਪਤਾ ਕਰੋ ਵੀ ਅੱਜ ਤਾਜੀ ਕੋਈ ਗਊ ਮਰੀ ਹੋਵੇ, ਇਸ ਕੋ ਚਰਮ ਉਤਾਰਤ ਲਿਆਵੋ, ਉਸ ਦਾ ਤਾਜ਼ਾ ਜਿਹੜਾ ਚਮੜਾ ਹੈ ਉਤਾਰ ਕੇ ਲਿਆਂਦਾ ਜਾਵੇ। ਸਭ ਸਰੀਰ ਇਸ ਕੇ ਮਡਵਾਵੋ, ਉਹ ਜਿਹੜਾ ਚਮੜਾ ਹੈ ਗਊ ਦਾ ਗਿੱਲਾ ਤਾਜ਼ਾ
ਉਹ ਇਹਨਾਂ ਦੇ ਸਰੀਰ ਤੇ ਸਾਰਾ ਮੜਿਆ ਜਾਵੇਗਾ। ਸਤਿਗੁਰੂ ਸਰੋਣ ਸੁਨਾਏ ਬਖਾਨਾ ਕਿਉਂ ਫਿਰ ਸਤਿਗੁਰੂ ਜੀ ਨੂੰ ਸੁਣਾ ਕੇ ਬੋਲਿਆ। ਹੋਰ ਹੋਤ ਲਿਆਵੋ ਇਸ ਥਾਨਾ। ਕਹਿੰਦਾ ਕੱਲ ਨੂੰ, ਹੁਣ ਪੰਜਵਾਂ ਦਿਨ ਆ ਰਿਹਾ ਹੈ, ਅਗਲਾ ਦਿਨ, ਸੋ ਕਹਿੰਦਾ ਕੱਲ ਨੂੰ ਇਹ ਕੰਮ ਹੋਏਗਾ। ਬੈਠ ਨਿਕਟ ਦੁਖ ਦਿਓ ਮਹਾਨੋ। ਮੈਂ ਕੋਲ ਬੈਠ ਕੇ ਆਪਦੇ ਸਾਹਮਣੇ ਇਹਨਾਂ ਨੂੰ ਭਾਰੀ ਦੁੱਖ ਦਿਆਂਗਾ। ਧਰਮ ਵਿਗਾਰੇ ਪ੍ਰਾਨ ਪੁਨਹਾਨੋ। ਇਹਨਾਂ ਦਾ ਧਰਮ ਵਿਗਾੜ ਕੇ ਧੁੱਪੇ ਬਿਠਾਵਾਂਗਾ, ਚਮੜਾ ਮੜ ਕੇ, ਜਿਵੇਂ ਜਿਵੇਂ ਧੁੱਪ ਦੇ ਨਾਲ ਉਹ ਚਮੜਾ ਸੁੱਕੇਗਾ, ਇਹਨਾਂ ਦੇ ਪ੍ਰਾਣ ਅੰਦਰੋਂ ਸੁੱਕਣਗੇ। ਇਸ ਤਰ੍ਹਾਂ ਫਿਰ ਬੜੀ ਤਕਲੀਫ ਦੇ ਨਾਲ ਇਹਨਾਂ ਦਾ ਅੰਤ ਹੋਏਗਾ। ਕਿਮ ਕਹਿ ਮੂਰਖ ਸਦਨ ਸਿਧਾਰਾ। ਕਿਉਂ ਕਹਿ ਕੇ ਮੂਰਖ ਆਪਦੇ ਘਰ ਨੂੰ ਚਲਾ ਗਿਆ। ਕ੍ਰੋਧੀ ਕਪਟੀ ਬੜ ਹਥਿਆਰਾ। ਕ੍ਰੋਧੀ ਕਪਟੀ ਤੇ ਬਹੁਤ ਵੱਡਾ ਜੋ ਹਥਿਆਰਾ ਹੈ। ਸੋ ਦਿਨ ਗਇਓ ਬੀਤ ਨਿਸ ਆਈ। ਉਹ ਦਿਨ ਚਲਾ ਗਿਆ, ਹੁਣ ਰਾਤ ਬੀਤ ਗਈ। ਛਾਇਓ ਸਭ ਜਗ ਤਮ ਸਮੁਦਾਈ। ਉਹ ਰਾਤ ਜਦੋਂ ਆਈ ਹੈ, ਹਨੇਰਾ ਸਾਰੇ ਹੀ ਛਾ ਗਿਆ। ਸੋ ਸਤਿਗੁਰੂ ਮਹਾਰਾਜ ਦੀ ਜੋ ਸ਼ਹਾਦਤ ਦੀ ਕਥਾ ਹੈ ਉਹ ਕੱਲ ਸ਼ਾਮ ਦੇ ਦੀਵਾਨ 'ਚ ਪੂਰੀ ਹੋਏਗੀ, ਤੇ ਪਰਸੋਂ ਸਵੇਰ ਦੇ ਦੀਵਾਨ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਸ਼ਹਾਦਤ ਤੇ ਉਹਦੇ ਕਾਰਨ ਤੇ ਇਤਿਹਾਸਕ ਤੱਥਾਂ ਦੇ ਅਨੁਸਾਰ ਮੁੱਖ ਦੋਸ਼ੀ ਜਹਾਂਗੀਰ ਹੈ ਤੇ ਚੰਦੂ ਵੀ ਉਹਦੇ ਨਾਲੋਂ ਵੱਡਾ ਦੋਸ਼ੀ ਹੈ, ਉਹ ਵੀ ਘੱਟ ਨਹੀਂ ਹੈ। ਕਿਉਂਕਿ ਇਤਿਹਾਸ ਜਿਹੜਾ ਹੈ 1900 ਤੋਂ ਪਹਿਲਾਂ ਲਿਖਿਆ ਗਿਆ, ਕਰੀਬਨ 1880-90 ਇਹ ਸਮੇਂ ਅੰਦਰ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ। ਉਹ ਇਤਿਹਾਸਕ ਤੱਥਾਂ ਬਾਰੇ ਵਿਚਾਰ ਕੱਲ ਨੂੰ ਸਵੇਰ ਦੇ ਦੀਵਾਨ ਵਿੱਚ 9:45 ਤੋਂ 9:15